सतगुर की जिसनों मत आवे सो सतगुर माहे समाना। एह बाणी जो जियों जाने तिस अंतर रवै हर नाम। बाणी गुरु गुरु है बाणी विच बाणी अमृत सारे। गुर बाणी कहे सेवक जन मान पर तख गुरु निस्तारे। बाणी बिरलो विचार सी जे को गुरमुख होए। एह बाणी महापुरख की निज घर वासा होए। सो कहो टल गुर सेविय अहनस सहज सुभाए। दर्शन परसे गुरु के जन्म मरण दुख जाए। सतनाम श्री वाहिगुरु साहिब जी। वडहंस महला तीजा। मन मेरिया तू सदा सच संभाल जियो। अपना घर तू सुख वसै पोहे न सकै जम काल जियो। मन मेरिया तू सदा सच संभाल जियो। अपना घर तू सुख वसै पोहे न सकै जम काल जियो। काल जाल जम जोहे न साकै साचा शब्द लिव लाई। सदा सच रता मन निर्मल आवन जान रहाई। दूजा भाई भरम विगुती मनमुख मोही जमकाल। कह नानक सुन मन मेरे तू सदा सच संभाल। दूजा भाई भरम विगुती मनमुख मोही जमकाल।
ਕਹਾ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਦਰਸ਼ਨ ਕਰਦਿਆਂ ਹਾਜ਼ਰੀ ਭਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ ਹਨ। ਅੰਮ੍ਰਿਤ ਵੇਲੇ ਤੋਂ ਬਾਣੀ ਦੇ ਨਾਲ ਆਪਣੇ ਆਪ ਨੂੰ ਸਰਸ਼ਾਰ ਕਰਨ ਦਾ ਯਤਨ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ, ਨਿਯਮਾਵਲੀ ਦੇ ਅਨੁਸਾਰ ਜੋ ਸ਼੍ਰੀ ਮੁੱਖ ਵਾਕ ਅੱਜ ਸਾਨੂੰ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰੋਂ ਪੋਥੀ ਪਰਮੇਸ਼ਰ ਕੇ ਥਾਨ ਤੋਂ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਦਾ ਵਡਹੰਸ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਪਾਵਨ ਮੁਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 569 ਅੰਗ ਤੇ ਦਰਜ ਹੈ। ਇਸ ਪਾਵਨ ਸ਼ਬਦ ਦੇ 4 ਬੰਦ ਨੇ, 4 ਪਦੇ ਹਨ। ਪਹਿਲੇ ਪਦੇ ਦਾ ਪਹਿਲੇ ਬੰਦ ਦਾ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਐ ਮੇਰੇ ਮਨ ਤੂੰ ਸੱਚ ਦੀ ਸੰਭਾਲ ਕਰ। ਇਹ ਗੱਲ ਆਪਣੇ ਮਨ ਨੂੰ ਆਖੀ ਹੈ, ਕਿਉਂਕਿ ਜਿਹੜਾ ਧਰਮ ਹੈ ਇਹ ਲੋਕਾਂ ਦਾ ਵਿਸ਼ਾ ਨਹੀਂ ਹੈ। ਧਰਮ ਭਾਈਚਾਰਕ ਸਬਜੈਕਟ ਨਹੀਂ ਹੈ। ਧਰਮ ਦਾ ਸੰਬੰਧ
ਕੇਵਲ ਮਨੁੱਖ ਦਾ ਆਪਣੇ ਨਿੱਜ ਦੇ ਨਾਲ ਹੈ। ਕਿਉਂਕਿ ਪ੍ਰਾਣੀ ਸੰਸਾਰ ਤੇ ਆਉਂਦਾ ਹੈ, ਚਲਾ ਜਾਂਦਾ ਹੈ। ਬਹੁਤ ਸਾਰੇ ਇਹੋ ਜਿਹੇ ਸਮੇਂ ਜਿੱਥੇ ਮੌਤ ਦੇ ਇਕੱਠ ਹੁੰਦੇ ਨੇ, ਉੱਥੇ ਸ਼ਬਦ ਬੋਲੇ ਜਾਂਦੇ ਨੇ, ਅੱਜ ਇੱਕ ਸੂਰਜ ਡੁੱਬਿਆ ਹੈ, ਅਸਤ ਹੋਇਆ ਹੈ, ਇੱਕ ਯੁੱਗ, ਇੱਕ ਸਦੀ ਬਤੀਤ ਹੋਈ ਹੈ। ਇਹਦਾ ਅਰਥ ਦੁਨੀਆ ਦੇ ਕੈਲੰਡਰ ਨਾਲ ਨਹੀਂ ਹੁੰਦਾ। ਇਹਦਾ ਜਿਹੜਾ ਸੰਬੰਧ ਹੈ ਉਹ ਮਨੁੱਖ ਨਾਲ ਹੈ। ਇਹਦੀ ਬੜੀ ਸੋਹਣੀ ਵਿਆਖਿਆ ਸਾਡੇ ਬਜ਼ੁਰਗ ਕਰਦੇ ਨੇ। ਉਹ ਕਹਿੰਦੇ ਨੇ, ਆਪ ਡੁੱਬੀ ਜਗ ਭਰਲੇ। ਕੱਲਾ ਹੀ ਬੰਦਾ ਪਾਣੀ ਵਿੱਚ ਜਦੋਂ ਡੁੱਬਣ ਲੱਗਾ, ਉਹਦੇ ਲਈ ਸੰਸਾਰ ਵਿੱਚ ਪਰਲੇ ਆ ਗਈ, ਪੂਰੇ ਸੰਸਾਰ ਵਾਸਤੇ। ਪੂਰਾ ਜਿਹੜਾ ਸੰਸਾਰ ਹੈ ਉਹਦੇ ਵਿੱਚ ਪਰਲੇ ਆ ਗਈ, ਕਿਉਂਕਿ ਉਹ ਆਪ ਡੁੱਬ ਗਿਆ। ਜਿਨ੍ਹਾਂ ਦੀਆਂ ਅੱਖਾਂ ਨਹੀਂ ਹੈਗੀਆਂ, ਉਹ ਬੱਸਾਂ ਦੇ ਵਿੱਚ ਬਹਿ ਕੇ, ਗੱਡੀਆਂ ਵਿੱਚ ਬਹਿ ਕੇ ਸਾਨੂੰ ਦੱਸਦੇ ਨੇ, ਅੱਖਾਂ ਗਈਆਂ, ਜਹਾਨ ਗਿਆ। ਅੱਖਾਂ ਬੰਦੇ ਦੀਆਂ ਗਈਆਂ, ਜਹਾਨ ਕਿੱਥੇ ਚਲਾ ਗਿਆ? ਦੁਨੀਆ ਤੇ ਉੱਥੇ ਹੀ ਹੈ। ਅਸੀਂ ਖੁਦ ਮੰਨਦੇ ਹਾਂ ਇਹ ਜੱਗ ਜਿਹੜਾ ਹੈ ਇਹ ਜਿਉਂਦਿਆਂ ਦਾ ਮੇਲਾ ਹੈ। ਮੇਰੇ ਇੰਨੀਆਂ ਬੇਨਤੀਆਂ ਕਰਨ ਦਾ ਜਿਹੜਾ ਭਾਵ ਹੈ ਉਹ ਇਹੋ ਹੀ ਹੈ ਕਿ ਇਹ ਇਨਸਾਨ, ਤੂੰ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਹੈ। ਇਸੇ ਕਰਕੇ ਜਦੋਂ ਗੁਰੂ ਨੇ ਉਪਦੇਸ਼ ਦਿੱਤਾ ਹੈ, ਤੈਨੂੰ ਦਿੱਤਾ ਹੈ ਔਰ ਤੈਨੂੰ ਕਿਹਾ ਹੈ ਕਿ ਤੂੰ ਆਪਣੇ ਨਿੱਜ ਨੂੰ ਸਮਝਾਉਣਾ ਹੈ। ਤੇਰਾ ਨਿੱਜ ਕੀ ਹੈ? ਇੱਥੇ ਵੀ ਸਤਿਗੁਰਾਂ ਦਾ ਬਚਨ ਹੈ, ਮਨ ਮੇਰਿਆ ਗੁਰੂ ਅਮਰਦਾਸ ਮਹਾਰਾਜ। ਇਹ ਵਡਿਆਈ ਹੈ ਸੱਚੇ ਪਾਤਸ਼ਾਹ ਜੀ ਦੀ। ਇਹ ਬਹੁਤ ਸੁੰਦਰ ਤਰੀਕਾ ਹੈ। ਦੁਨੀਆ ਵਿੱਚ ਅਸੀਂ ਬੜੀਆਂ ਗੱਲਾਂ ਸੁਣਦੇ ਹਾਂ, ਇੱਕ ਉਂਗਲ ਦੂਜੇ ਵੱਲ ਕਰੋ, ਕਹਿੰਦੇ ਚਾਰ ਉਂਗਲਾਂ ਬੰਦਿਆ ਤੇਰੇ ਵੱਲ ਹੋ ਜਾਂਦੀਆਂ ਨੇ। ਤੇ ਚੰਗੀ ਗੱਲ ਇਹ ਹੈ ਕਿ ਦੂਜਿਆਂ ਨੂੰ ਸਮਝਾਉਣ ਦੀ ਥਾਂ ਤੇ ਤੂੰ ਆਪ ਸਮਝਣ ਦਾ ਯਤਨ ਕਰ। ਔਰ ਇਹਦਾ ਤਾਤਪਰਜ ਵੀ ਹੈ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਹੁਣ ਸੰਸਾਰ ਨੂੰ ਕੁਝ ਮਿਲ ਵੀ ਜਾਵੇ, ਸੰਸਾਰ ਕੁਝ ਪਾ ਵੀ ਲਵੇ, ਉਹਦੇ ਵਿੱਚ ਮੈਂ ਸ਼ਾਮਲ ਨਹੀਂ ਤੇ ਮੈਨੂੰ ਕੀ? ਇੱਕ ਬੜੀ ਸੁੰਦਰ ਕਥਾ ਕਿ ਇੱਕ ਮਹਾਤਮਾ ਦੇ ਕੋਲ ਕੋਈ ਸਾਡੇ ਵਰਗਾ ਦੁਨੀਆਦਾਰ ਗਿਆ, ਕੱਪੜੇ ਰੱਖੇ, ਮਾਇਆ ਰੱਖੀ, ਖਾਣ ਵਾਲੇ ਪਦਾਰਥ ਰੱਖੇ। ਆਖਿਆ ਮਹਾਰਾਜ ਇਹ ਭੇਟਾ ਹੈ,
ਉਹ ਮਹਾਤਮਾ ਕਹਿਣ ਲੱਗਾ ਵੀ ਸਾਨੂੰ ਕੀ, ਵੀ ਜੇ ਪਦਾਰਥ ਨੇ, ਮਾਇਆ ਹੈ, ਬਸਤਰ ਨੇ, ਸਾਨੂੰ ਕੀ। ਹੁਣ ਸਾਡੇ ਵਰਗਾ ਬੰਦਾ ਕਹਿਣ ਲੱਗਾ ਜੀ ਤੁਹਾਡੇ ਵਾਸਤੇ ਹੈ। ਕਹਿਣ ਲੱਗੇ ਰੱਖ ਦੇ ਫਿਰ, ਤੁਹਾਨੂੰ ਕੀ, ਵੀ ਰੱਖ ਦੇ ਫਿਰ ਜਾ। ਸਾਡਾ ਨਿੱਜ ਦਾ ਜਿਹੜਾ ਜੀਵਨ ਹੈ ਅਸਲ ਵਿੱਚ ਸਾਰਾ ਕੁਝ ਉੱਥੇ ਹੀ ਹੈ। ਅਸੀਂ ਸਾਰੀ ਉਮਰ ਲੋਕਾਂ ਦਾ ਗਿਆਨ ਇਕੱਠਾ ਕਰਦੇ ਰਹੇ, ਲੋਕਾਂ ਦੀਆਂ ਗਲਤੀਆਂ ਲੱਭਦੇ ਰਹੇ, ਲੋਕਾਂ ਦੀ ਵਡਿਆਈ ਕਰਦੇ ਰਹੇ, ਲੋਕਾਂ ਨੂੰ ਸੁਚੇਤ ਕਰਦੇ ਰਹੇ, ਲੋਕਾਂ ਨੂੰ ਸੰਭਾਲਦੇ ਰਹੇ। ਰਾਸ ਬਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਲੋਕਾਂ ਦੀ ਪੂੰਜੀ ਬਚਾਉਂਦੇ ਰਹੇ, ਆਪਣਾ ਸਭ ਕੁਝ ਲੁਟਾ ਲਿਆ। ਤਕਰੀਬਨ ਹਰ ਮਨੁੱਖ ਮੌਤ ਦੇ ਬਿਸਤਰ ਤੇ ਜਾ ਕੇ ਇਹ ਗੱਲਾਂ ਜ਼ਰੂਰ ਕਰਦਾ ਹੈ। ਸ਼ਾਇਦ ਮੈਂ ਇਹ ਗੱਲ ਆਪ ਜੀ ਨਾਲ ਕਦੇ ਪਹਿਲਾਂ ਵੀ ਸਾਂਝੀ ਕੀਤੀ ਹੋਵੇ। ਦਿੱਲੀ ਸੀਸਗੰਜ ਸਾਹਿਬ ਗੁਰਦੁਆਰਾ ਵਿੱਚ ਮੇਰੀ ਸੇਵਾ ਸੀ। ਇਹ ਗੱਲ 20 ਤੋਂ 25 ਸਾਲ ਪੁਰਾਣੀ ਹੋਏਗੀ। ਉੱਥੇ ਮੇਰੇ ਹੀ ਇੱਕ ਸਰਨਾਮੀ ਹੈ, ਉਹਨਾਂ ਦਾ ਨਾਮ ਵੀ ਰਣਜੀਤ ਸਿੰਘ ਸੀ। ਉਹ ਚਿੱਟੇ ਕੱਪੜੇ, ਕਾਲੀ ਦਸਤਾਰ ਔਰ ਬਿਲਕੁਲ ਚਿੱਟੇ ਕੱਪੜਿਆਂ ਵਰਗਾ ਦੁੱਧ ਚਿੱਟਾ ਉਹਨਾਂ ਦਾ ਰੰਗ, ਕੱਦ ਬਹੁਤਾ ਵੱਡਾ ਨਹੀਂ ਸੀ। ਉਹ ਰਹਿੰਦੇ ਸੀ। ਜਦੋਂ ਮੈਂ ਆਇਆ ਉੱਥੇ, ਮੇਰੀ ਉਮਰ ਤਾਂ ਬਹੁਤ ਛੋਟੀ ਸੀ, 28-30 ਸਾਲ ਹੋਣੀ ਹੈ। ਉਹਨਾਂ ਦੀ 50 ਹੋਣੀ ਹੈ। ਉਹ ਵੀ ਤਕੜੇ ਸੀ। ਕਰਦਿਆਂ ਕਰਦਿਆਂ ਉਹ ਬਿਮਾਰ ਪੈ ਗਏ। ਦਿੱਲੀ ਕਮੇਟੀ ਨੇ ਉਹਨਾਂ ਨੂੰ ਸੰਭਾਲਿਆ, ਸੇਵਾਦਾਰ ਵੀ ਦਿੱਤਾ, 2 ਕਮਰੇ ਵੀ ਦਿੱਤੇ। ਇੱਕ ਦੇ ਵਿੱਚ ਉਹਦਾ ਬਿਸਤਰਾ ਸੀ, ਵੇਖਿਆ ਹੁਣ। ਇੱਕ ਕਮਰੇ ਦੇ ਵਿੱਚ ਸੇਵਾਦਾਰ ਨੂੰ ਕਿਹਾ ਵੀ ਤੂੰ ਹਰ ਵਕਤ ਹਾਜ਼ਰ ਰਹਿਣਾ ਹੈ। ਮੈਂ ਉਹਨਾਂ ਦਾ ਪਤਾ ਲੈਣ ਗਿਆ। ਅੱਖਾਂ ਭਰ ਕੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਭਾਈ ਸਾਹਿਬ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿੱਚ ਰਹਿ ਕੇ ਜਿੰਨੀ ਇਹਨਾਂ ਲੋਕਾਂ ਦੀ ਜਿੰਦਾਬਾਦ ਕੀਤੀ, ਅਗਰ ਇੰਨੀ ਜਿੰਦਾਬਾਦ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਕਰ ਲੈਂਦਾ, ਅੱਜ ਮੈਂ ਮੁਕਤ ਹੋ ਜਾਂਦਾ। ਅੱਜ ਮਰਨ ਤੋਂ ਪਹਿਲਾਂ ਮੇਰਾ ਆਵਾਗਮਨ ਜਿਹੜਾ ਸੀ ਉਹ ਖਤਮ ਹੋ ਜਾਣਾ ਸੀ। ਸਾਡੀ ਸਾਰਿਆਂ ਦੀ ਹਾਲਤ ਇਹ ਹੈ। ਅਸੀਂ ਜਿੰਨੀਆਂ ਕੁ ਪੰਕਤੀਆਂ ਗੁਰਬਾਣੀ ਦੀਆਂ ਚੇਤੇ ਕੀਤੀਆਂ ਨੇ, ਇਹਨਾਂ ਦੀਆਂ ਵੀ ਸਿੱਠਣੀਆਂ ਬਣਾਈਆਂ ਹੋਈਆਂ ਨੇ। ਤੁਸੀਂ ਮੈਨੂੰ ਸੁਣਾਈ ਜਾਂਦੇ ਹੋ, ਮੈਂ ਤੁਹਾਨੂੰ ਸੁਣਾਈ ਜਾਂਦਾ। ਹੁਣ ਤੇ ਕਈ ਵਾਰੀ ਕਥਾ ਵੀ, ਕੀਰਤਨ ਵੀ, ਉਹ ਵੀ ਲਾ ਕੇ ਕੀਤਾ ਜਾਂਦਾ ਹੈ, ਸੁਣਾ ਕੇ ਕੀਤਾ ਜਾਂਦਾ ਹੈ। ਸੱਚੇ ਬਾਦਸ਼ਾਹ ਦੇ ਦਰ ਤੇ ਸਿਰਫ ਗੁਰੂ ਦੀ
ਤੇ ਵਾਹਿਗੁਰੂ ਦੀ ਹੀ ਮਹਿਮਾ ਹੋ ਸਕਦੀ ਹੈ। ਬੰਦੇ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਕੀਤੀ, ਨਾ ਹੀ ਸਾਨੂੰ ਕਰਨੀ ਚਾਹੀਦੀ ਹੈ। ਸੋ ਅੱਜ ਦਾ ਜਿਹੜਾ ਸ਼ਬਦ ਹੈ ਵਡਹੰਸ ਰਾਗ ਦਾ, 4 ਪਦੇ ਨੇ, ਵੱਡਾ ਆਕਾਰ ਹੈ ਸ਼ਬਦ ਦਾ, ਸ਼ਬਦ ਦਾ ਸਰੂਪ ਵੱਡਾ ਹੈ। ਔਰ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਕੀਤਾ ਹੈ ਉਹਦੇ 4 ਪੜਾਅ ਕਹਿ ਦਈਏ ਅਸੀਂ, ਪਰ ਹਰ ਵਾਰੀ ਗੱਲ ਮਨ ਨੂੰ ਆਖੀ ਹੈ। ਮਨ ਕੀ ਹੈ? ਤੁਹਾਡਾ ਨਿੱਜ। ਜਦੋਂ ਤੁਹਾਡੀ ਗੱਲ ਆਉਂਦੀ ਤੇ ਉਹਦੇ ਵਿੱਚ ਤੁਹਾਡੀ ਪਤਨੀ, ਤੁਹਾਡਾ ਪਤੀ, ਤੁਹਾਡੇ ਮਾਤਾ ਪਿਤਾ, ਤੁਹਾਡੇ ਧੀਆਂ ਪੁੱਤਰ ਸ਼ਾਮਲ ਨਹੀਂ ਆਉਂਦੇ। ਇਹ ਸਤਿਗੁਰੂ ਜੀ ਨੇ ਬਾਰ-ਬਾਰ ਸਮਝਾਇਆ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਅੱਜ ਆਪਾਂ ਵੇਖਦੇ ਹਾਂ ਕਈ ਵਾਰੀ ਜਦੋਂ ਬੰਦੇ ਫਸ ਜਾਂਦੇ ਨੇ ਤੇ ਪਰਿਵਾਰ ਵਾਲੇ ਇੱਕੋ ਹੀ ਗੱਲ ਕਹਿੰਦੇ ਨੇ, ਜੀ ਅਸੀਂ ਕਦੋਂ ਕਿਹਾ ਸੀ, ਸਾਡੇ ਵਾਸਤੇ ਕਰੋ ਤੁਸੀਂ। ਉਦੋਂ ਫਿਰ ਬੰਦੇ ਨੂੰ ਮਹਿਸੂਸ ਹੁੰਦਾ ਹੈ ਵੀ ਗੱਲ ਤੇ ਠੀਕ ਹੈ ਇਹਨਾਂ ਦੀ। ਔਰ ਇਹ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਕਰਮੀ ਆਪੋ ਆਪਣੀ ਹੈ, ਆਪਣੇ ਆਪਣੇ ਕਰਮ ਨੇ। ਇੱਥੇ ਆਪੇ ਬੀਜ ਆਪੇ ਹੀ ਖਾਦ ਦੀ ਮਰਿਆਦਾ ਹੈ। ਇਹ ਸਰੀਰ ਹੀ ਧਰਤੀ ਹੈ ਤੇ ਕਰਮ ਤੁਹਾਡੇ ਬੀਜ ਨੇ। ਜਿਹੜਾ ਅਸੀਂ ਧਰਮ ਸਥਾਨਾਂ ਤੇ ਜਾਂਦੇ ਆ, ਜਿਵੇਂ ਦਰਬਾਰ ਸਾਹਿਬ ਆਏ, ਹਜੂਰ ਸਾਹਿਬ ਗਏ, ਆਨੰਦਪੁਰ ਸਾਹਿਬ ਗਏ, ਪਟਨਾ ਸਾਹਿਬ ਗਏ, ਦਮਦਮਾ ਸਾਹਿਬ ਗਏ, ਬੰਗਲਾ ਸਾਹਿਬ ਗਏ, ਸੀਸਗੰਜ ਸਾਹਿਬ ਗਏ, ਦੁੱਖ ਨਿਵਾਰਨ ਸਾਹਿਬ ਪਟਿਆਲਾ ਗਏ, ਤਰਨਤਾਰਨ ਸਾਹਿਬ ਗਏ। ਇਸ ਯਾਤਰਾ ਦਾ ਇੱਕ ਭਾਵ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਉਸ ਅਸਥਾਨ ਦੀ ਧੂੜ ਮੱਥੇ ਨੂੰ ਲਾਉਣੀ, ਉਸ ਧਰਤੀ ਨੂੰ ਜਾ ਕੇ ਨਮਸਕਾਰ ਕਰਨੀ, ਇਹ ਸਿੱਖ ਦਾ ਪਰਮ ਧਰਮ ਹੈ। ਮੇਰੀ ਹਮੇਸ਼ਾ ਬੇਨਤੀ ਹੁੰਦੀ, ਅੰਮ੍ਰਿਤ ਸਰੋਵਰ ਹੈ, ਤੁਹਾਡਾ ਇੱਕ ਇਸ਼ਨਾਨ ਸਫਲ ਹੋ ਸਕਦਾ ਹੈ ਜੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਜੱਟ, ਤੂੰ ਭਾਪਾ, ਇਹ ਰਾਮਗੜੀਆ, ਇਹ ਖੱਤਰੀ, ਇਹ ਅਰੋੜਾ, ਇਹ ਸ਼ੂਦਰ, ਮੈਂ ਬ੍ਰਾਹਮਣ, ਕਰੋ ਜਾਤ ਪਾਤ ਦਾ ਕੋਡ ਖਤਮ ਕਰੋ। ਇਦੋਂ ਵੱਡੀ ਕਿਹੜੀ ਬਿਮਾਰੀ ਹੈ? ਸਭ ਤੋਂ ਵੱਡਾ ਰੋਗ ਇਹ ਹੈ। ਜਿਹੜੇ ਸਰੀਰਕ ਰੋਗ ਇੱਥੋਂ ਸਾਡੇ ਠੀਕ ਹੁੰਦੇ ਨੇ, ਇਹ ਬੜੀ ਛੋਟੀ ਬਖਸ਼ਿਸ਼ ਹੈ। ਸੱਚੇ ਪਾਤਸ਼ਾਹ ਤੇ ਜਨਮਾਂ ਜਨਮਾਂਤਰਾਂ ਦੇ ਰੋਗ ਮਿਟਾਉਂਦੇ ਨੇ। ਗੁਰ ਨਾਮ ਦਿਓ ਰਿਣ ਲਾਥਾ, ਕਰਜ਼ੇ ਮੁੱਕ ਜਾਂਦੇ ਨੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਅਸੀਂ ਚੁੱਕੇ ਹੋਏ ਨੇ। ਫਿਰ ਜਾਓ ਕੇਸਗੜ੍ਹ ਸਾਹਿਬ, ਕੇਸ ਕੱਟਣੇ ਬੰਦ ਕਰ ਦਿਓ, ਕੇਸਾਂ ਦਾ ਸਤਿਕਾਰ ਸ਼ੁਰੂ ਕਰ ਦਿਓ, ਅੰਮ੍ਰਿਤ ਛਕ ਲਓ, ਇੱਕ ਯਾਤਰਾ ਸਫਲ ਹੋ ਜਾਏਗੀ। ਜਾਓ ਹਜੂਰ ਸਾਹਿਬ, ਉੱਥੇ ਪ੍ਰਣ ਕਰ ਲਓ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਮੈਂ ਕਿਸੇ ਨੂੰ ਨਾ ਗੁਰੂ ਮੰਨਣਾ ਹੈ ਤੇ ਨਾ ਮੱਥਾ ਟੇਕਣਾ ਹੈ। ਇੱਕੋ ਹੀ ਯਾਤਰਾ ਬਹੁਤ ਹੈ। ਦੇਖੋ, ਜਿਹੜਾ ਬਹੁਤ ਕੁਝ ਹੋ ਰਿਹਾ ਹੈ ਨਾ, ਉਹਦੇ ਪਿੱਛੇ ਵਪਾਰੀਕਰਨ ਹੈ। ਉਹਦੇ ਪਿੱਛੇ ਬਹੁਤ ਸਾਰੇ ਲੋਕ ਕਮਰਸ਼ੀਅਲ ਵੀ ਹੁੰਦੇ ਨੇ, ਉਹਨਾਂ ਦਾ ਵਣਜ ਵਪਾਰ ਵੀ, ਟੂਰਿਜ਼ਮ ਵੀ ਹੁੰਦਾ ਹੈ। ਪਰ ਜਿੱਥੋਂ ਤੱਕ ਤੁਹਾਡਾ ਨਿੱਜ ਦਾ, ਤੁਹਾਡੇ ਧਰਮ ਦਾ ਸੰਬੰਧ ਹੈ, ਉਹ ਇਹੋ ਹੀ ਹੈ ਕਿ ਜਿਸ ਸਥਾਨ ਤੇ ਜਾਓ ਉੱਥੇ ਜਾ ਕੇ ਪੁੱਛੋ ਜ਼ਰੂਰ
कि जन्म मरण दोहू मैं नाही, जन पर उपकारी आए, जी दान दे भगती लायन, हर स्यो लैन मलाए। इत्थे गुरु जी ने किहड़ा उपदेश दिता सी? सीसगंज साहब जाओ, सुनो भट चांद जी दे बचनां नूं कि तेग बहादुर बोलिया, धर पईए धर्म ना छोड़ीए, बाहां जिन्हां दी पकड़ी है, सिर दीजे बाहां ना छोड़ीए। एक ही यात्रा बहुत है। प्रण कर लो, धर्म नहीं छड्डना, मरना मंजूर है। जिहदे नाल वादा कीता है फिर वादा खिलाफी नहीं करनी। बांह जिन्हां दी पकड़ी है, सिर दीजे बाहां ना छोड़ी है। इत्थे तां चौथे दिन डाइवोर्स हो जाता है। हर चौथे दिन ते असीं ਉਹ ਰਿਸ਼ਤੇ ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਪੱਲਾ ਫੜਦੇ ਤੇ ਫੜਾਉਨੇ ਆ, ਅਸੀਂ ਤਾਂ ਉਹ ਮੁਕਾਤੇ ਦੁਨੀਆ ਦੇ ਵਾਅਦੇ ਕਿੱਥੋਂ ਨਿਭਾਵਾਂਗੇ ਆਪਾਂ? तो गुरु अमरदास पिता जी का पावन श्री मुख वाक है। असी समझ लईए, दृढ़ कर लईए कि यह इंसान सब कुछ तेरे निज नाल संबंधित है। जदों असी डैथ बैड ते जाने, सारा घर नहीं जाता, संपत्ति नहीं जाती, जायदाद नहीं जाती, बच्चे नहीं जाते, सगों बच्चे मैंटली प्रिपेयर्ड होंदे तुरे जाते ने। आए रिश्तेदारां नूं भी कहंदे ने जी बस पता नहीं जी वागरू नूं की पाउंदा है। ਉਹਦਾ मतलब ਹੁੰਦਾ भी हुण असीं फूकण लई तैयार बैठे हाँ। तो मैं हमेशा बेनती करदा भी अग भी अपने नहीं लाउणी है। जिहड़ा लांबू भी लाउंदे ने अपने ही लाउंदे ने, बगानिया नहीं लाउणा। जिन्हां नूं जम्मिया, जिन्हां नूं पालिया, जिन्हां दी खातर सारी उम्र धर्म कीता, दीन गवाया दुनी स्यों दुनी ना चाली साथ। पाए कुहाड़ा मारिया गाफल अपने हाथ। ओ मूर्खा, अपने पैरां ते आप कुहाड़ियां मारियां ने तू। साडा नुकसान कोई थोड़ा कर दे। घर को आग लगी घर के चिराग से। जिदन शार्ट सर्किट होएगा तुहाडे घर दीयां तारां नाल होएगा, तुहाडे घर दे बिजली मीटर नाल होएगा, गुआंढियां दे बिजली मीटर नाल तुहाडे घर शार्ट सर्किट नहीं हो सकदा। गुआंढियां दे घर दे दीवे नाल तुहाडे घर च अग नहीं लग सकदी। तुहाडे घर दे दीवे नाल ही तुहाडा घर सड़ सकदा है। इस करके अपनिਆਂ तो ही बचना है ते अपने आप नूं ही संभालना है। ते अपनिਆਂ दे नाल किवें वरतना है ये अपने गुरु कोलों सीखना है। ऐसी जस्टिस दुनिया दे विच किते नहीं है। सारिਆਂ तो वड्डे सतगुरु गुरु नानक साहब दस के गए ने कि जिहड़ी पिता पुरखी धन संपत्ति है वो बाबे श्री चंद दी है, वो बाबे लक्ष्मी दास दी है। इसे गल दा ते दावा सी माता सुलखणी दा, बाकियां दा, कि पिता तो बाद पुत्रां दा हक है। ते सतगुरां ने कहा सुलखणी मैं कदों खोया है? जिहड़ियां पिता वालियां वस्तां ने वो लै लैण, पर जिहड़ी सेवक वाली वस्तु है वो किवें मैं दे दिया? सेवक दी वस्तु सेवक नूं मिलेगी, पुत्रां दीयां वस्तां पुत्रां नूं मिलणगीਆਂ। पर असीं कित्थे खलोते हैं? जे पुत्र मोह आवे ते गुरुद्वारे दीयां चीज़ां चोरी करके बच्चों नूं दे दिंदे आ, ते जदों पुत्रां नाल अणबण हो जाए ते पुत्रां दीयां चीज़ां चुक के गुरुद्वारे दान कर दिंदे, ते दोवें ही पाप ने। अगर तुसी अपने बच्चों नूं भिखारी बना के गुरुद्वारे दान कर दिओ तो यह भी नहीं जे बख्शिया जाना, ये भी नहीं बख्शिया जाना, ये भी पाप है। परमात्मा ने थानू दो पुत्र दिते, धीआं दित्तियां, बच्चे दिते, इस गल ही थोड़ा दिते सी। वो धर्म तुहाडा दूजा है, ये धर्म तुहाडा दूजा है। सो अपने नाल किवें वरतना है ते अपने आप नूं किवें संभालना है, ये तुहानू सिख धर्म तो वधिया कोई नहीं दुनिया विच सिखा सकदा। ये हसंदे आ, खैलंदे आ, पहनंदे आ, खवंदे आ, विचे होवे मुकत, ये तुहानू कोई नहीं दस पाएगा। ना कोई जोगी, ना कोई जंगम, ना कोई बिहंगम, कोई नहीं दस पाएगा।
ਇਹ ਸਿਰਫ ਕਿਸੇ ਸਿੱਖ ਦੇ ਕੋਲੋਂ ਤੁਹਾਨੂੰ ਪਤਾ ਲੱਗੇਗਾ ਜਿਹਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਕਹਿ ਕੇ ਗਏ ਸੀ, ਦੀਦਾਰ ਖਾਲਸੇ ਕਾ। ਲੱਭੀ ਕੋਈ ਜ਼ਿੰਦਗੀ 'ਚ ਖਾਲਸਾ ਮਿਲੇ ਤੈਨੂੰ। ਖਾਲਸੇ ਦਾ ਅਰਥ ਕੀ ਹੈ? ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਨਾਮ ਰਹਿਓ ਸਾਧੂ ਰਹਿਓ। ਉਹ ਸਾਧੂ ਜਿਹਨੇ ਨਾਮ ਦੀ ਕਮਾਈ ਕੀਤੀ ਹੈ। ਖਾਲਸਾ ਜਿਹਨੇ ਜੀਵਨ ਜੀਵਿਆ, ਜਿਹਨੇ ਗੁਰੂ ਦੀ ਮਰਿਆਦਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ, ਉਹਨੂੰ ਖਾਲਸਾ ਕਹਿੰਦੇ ਨੇ। ਉਹਦੇ ਦਰਸ਼ਨ ਕਰਿਓ ਭਾਈ। ਬੜੇ ਛੋਟੇ ਛੋਟੇ ਉਪਦੇਸ਼ ਸੀ, ਵੱਡੇ ਵੱਡੇ ਉਹਨਾਂ ਦੇ ਅਰਥ ਸੀ ਕਿ ਪੂਜਾ ਰੱਬ ਦੀ ਕਰਨੀ ਹੈ, ਅਕਾਲ ਕੀ। ਗਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣਾ ਹੈ, ਕਿਸੇ ਬੰਦੇ ਦਾ ਗਿਆਨ ਨਹੀਂ ਲੈਣਾ। ਪਰ ਅੱਜ ਮੈਨੂੰ ਖਿਮਾ ਕਰਨਾ, ਮੇਰੀ ਸਾਰੀ ਕੌਮ ਦੀ ਅਧੋਗਤੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਨਹੀਂ ਹੈਗਾ। ਤੁਸੀਂ ਗੱਲ ਵੀ ਕਰੋਗੇ, ਉਹ ਕਹਿੰਦੇ ਸਾਡੇ ਮਹਾਂਪੁਰਖ ਏਦਾਂ ਕਹਿ ਗਏ ਨੇ। ਵੀ ਤੁਹਾਡੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਦੋਂ ਚਲੇ ਗਏ ਸੀ? ਕਿਹੜੀ ਫਲਾਈਟ ਤੇ ਬਹਿ ਕੇ, ਕਿਹੜੇ ਹੈਲੀਕਾਪਟਰ ਤੇ ਚੜ੍ਹ ਕੇ ਉੱਤੇ ਚੜ੍ਹ ਗਏ ਮਹਾਰਾਜ ਤੋਂ ਵੀ? ਤੁਹਾਡੇ ਮਹਾਂਪੁਰਖਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕੀਤੀ, ਪ੍ਰਵਾਨ ਚੜ੍ਹੇ, ਤੁਸੀਂ ਵੀ ਕਰੋ। ਵੇਖੋ ਨਾ, ਜਿਹੜੀ ਪੜ੍ਹਾਈ ਕਰਕੇ ਪਿਓ ਡਾਕਟਰ ਬਣਿਆ, ਹੁਣ ਉਹ ਬੱਚਾ ਕਹੀ ਜਾਵੇ ਜੀ ਮੇਰਾ ਪਿਓ ਡਾਕਟਰ ਸੀ। ਨਹੀਂ ਬਈ, ਉਹੀ ਪੜ੍ਹਾਈ ਤੂੰ ਕਰ ਲੈ, ਤੂੰ ਵੀ ਬਣ ਜਾਏਗਾ। ਮਹਾਂਪੁਰਖਾਂ ਦੀ ਵਡਿਆਈ ਗੁਰਬਾਣੀ 'ਚ ਲਿਖੀ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾ। ਸੰਤ ਦੀ ਡਿਊਟੀ ਸਿਰਫ ਨਾਮ ਜਪਾਉਣਾ ਹੈ, ਆਪਣੀ ਮਰਿਆਦਾ ਚਲਾਉਣਾ ਨਹੀਂ ਹੈ ਨਾ। ਮਰਿਆਦਾ ਗੁਰੂ ਦੀ, ਸ਼ਬਦ ਦੀ ਮਰਿਆਦਾ ਹੈ। ਹੁਣ ਇੱਕ ਯਾਤਰਾ ਹੀ ਸਫਲ ਹੈ ਹਜੂਰ ਸਾਹਿਬ ਦੀ, ਪੱਲੇ ਬੰਨ ਲਓ ਪਰਚਾ ਸ਼ਬਦ ਕਾ। ਨਹੀਂ ਸੁਣਨੀ ਕਿਸੇ ਬੰਦੇ ਦੀ ਗੱਲ, ਸਿਰਫ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਚਾਹੀਦਾ ਹੈ। ਤੇ ਦਰਸ਼ਨ ਨਹੀਂ ਕਰਨੇ ਬੰਦੇ ਬੰਦੇ ਦੇ ਦਰਸ਼ਨ, ਸਾਨੂੰ ਖਾਲਸੇ ਦੇ ਦਰਸ਼ਨ ਚਾਹੀਦੇ ਨੇ। ਔਰ ਖਾਲਸੇ ਦੀ ਪਰਿਭਾਸ਼ਾ ਗੁਰੂ ਕਲਗੀਧਰ ਪਾਤਸ਼ਾਹ ਤੋਂ ਪੁੱਛ ਲੈਣਾ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਆਪਣੇ ਮਨ ਨੂੰ ਕਹਿਣਾ ਹੈ। ਇੱਥੇ ਮੇਰੇ ਵਰਗਾ ਘਰ ਵਾਲੀ ਨੂੰ ਕਹੀ ਜਾਂਦਾ, ਓਏ ਉੱਠ ਪਾ, ਨਹਾ ਧੋ ਲਾ, ਚਾਹ ਬਣਾ ਲਾ। ਇਹ ਪਤੀ ਪਤਨੀ ਦਾ ਠੀਕ ਹੈ। ਹੁਣ ਇਹਨੂੰ ਧਰਮ ਤੇ ਲਾਗੂ ਕਰੋਗੇ ਜੀ, ਮੈਂ ਉਠਾਤਾ ਜੀ, ਮੈਂ ਇਸ਼ਨਾਨ ਕਰਾਤਾ ਜੀ, ਨਾ। ਇੱਥੇ ਤਾਂ ਗੱਠੜੀ ਆਪਣੀ ਸੰਭਾਲ। ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ। ਤੂੰ ਆਪਣਾ ਨਾਮ ਜਪ, ਤੂੰ ਆਪਣਾ ਇਸ਼ਨਾਨ ਕਰ ਲਿਆ ਕਿ ਨਹੀਂ ਕਰ ਲਿਆ? ਤੂੰ ਆਪਣਾ ਨਿਤਨੇਮ ਕਰ ਲਿਆ ਕਿ ਨਹੀਂ ਕਰ ਲਿਆ? ਤੂੰ ਸੱਚ ਬੋਲਿਆ ਕਿ ਨਹੀਂ ਬੋਲਿਆ? ਤੂੰ ਧਰਮ ਦੀ ਕਮਾਈ ਕੀਤੀ ਕਿ ਨਹੀਂ ਕੀਤੀ? ਤੂੰ ਗੁਰਦੁਆਰੇ ਗਿਆ ਹੈ ਕਿ ਨਹੀਂ ਗਿਆ? ਤੂੰ ਅੱਜ ਕੀਰਤਨ ਸੁਣਿਆ ਕਿ ਨਹੀਂ ਸੁਣਿਆ? ਗੱਲ ਤੇ ਇੱਥੇ ਮੁੱਕਣੀ ਹੈ। ਐਵੇਂ ਰਾਸ ਬਰਾਨੀ ਰੱਖਤੇ। ਐ ਮੇਰੇ ਮਨਾ, ਤੂੰ ਸੱਚ ਦੀ ਸੰਭਾਲ ਕਰ। ਤੇ ਸੱਚ ਕੀ ਹੈ? ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ। ਨਾਨਕ ਹੋਸੀ ਭੀ ਸੱਚ ਹੈ, ਭੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਉਸ ਸੱਚ ਦੀ। ਸੱਚ ਕੇਵਲ ਇੱਕ ਵਾਹਿਗੁਰੂ ਹੈ, ਬਾਕੀ ਕੁਝ ਸੱਚ ਨਹੀਂ ਹੈ, ਸਭ ਝੂਠ ਹੈ। ਇਹ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਜਗਤ ਦੀ ਰਚਨਾ ਸੱਚੀ ਥੋੜੀ ਹੈ। ਮੈਂ ਤੇ ਹਮੇਸ਼ਾ ਬੇਨਤੀ ਕਰਦਾ ਵੀ ਤੁਸੀਂ ਜਾਓ, ਕਿਸੇ ਦੇ ਘਰ ਫੋਟੋ ਲੱਗੀ ਹੋਈ ਹੈ, ਇਹ ਫੋਟੋ ਕਿਹਦੀ ਹੈ ਜੀ? ਬਸ ਇਹ ਸਾਡੇ ਮਹਾਂਪੁਰਖ ਨੇ ਜੀ, ਇਹਨਾਂ ਦੀ ਸਾਡੇ ਤੇ ਬੜੀ ਕਿਰਪਾ ਹੈ। ਮੰਨ ਲਿਆ। ਤੁਹਾਡੇ ਪਿਤਾ ਤੇ ਕਿਹਦੀ ਕਿਰਪਾ ਸੀ?
ਉਹਨਾਂ ਰੋਟੀ ਖਾਧੀ ਸਾਰੀ ਉਮਰ ਕਿ ਨਹੀਂ ਖਾਧੀ, ਕੱਪੜਾ ਪਾਇਆ ਕਿ ਨਹੀਂ ਪਾਇਆ, ਉਹਨਾਂ ਤੇ ਕਿਹਦੀ ਕਿਰਪਾ ਸੀ? ਤੁਹਾਡੇ ਤੇ ਇਹਦੀ ਕਿਰਪਾ ਹੈ। ਜਿਹੜੇ ਤੁਹਾਡੇ ਤੋਂ ਮਾਂ ਪਿਓ ਸੀ, ਤੁਹਾਡੇ ਦਾਦੀ ਦਾਦਾ ਸੀ, ਤੁਹਾਡੇ ਪੜਦਾਦੇ ਸੀ, ਉਹ ਕਬਰਾਂ 'ਚ ਬਹਿ ਕੇ ਜ਼ਿੰਦਗੀ ਕੱਟ ਕੇ ਚਲੇ ਗਏ, ਉਹਨਾਂ ਤੇ ਕਿਰਪਾ ਨਹੀਂ ਹੋਈ? ਨਹੀਂ, ਕਿਰਪਾ ਕਾਲ ਕੇਰੀ ਭਈ ਜੀਤ ਮੇਰੀ। ਕਿਰਪਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ, ਉਹ ਕਹਿੰਦੇ ਮੇਰੇ ਤੇ ਵੀ ਅਕਾਲ ਪੁਰਖ ਨੇ ਕੀਤੀ ਹੈ। ਸੱਚ ਦੀ ਸੰਭਾਲ ਕਰਨੀ ਹੈ ਤੇ ਸੱਚ ਕੇਵਲ ਵਾਹਿਗੁਰੂ ਹੈ, ਕੇਵਲ ਰੱਬ ਹੈ, ਕੇਵਲ ਪਰਮਾਤਮਾ ਹੈ। ਕੋਈ ਸਚਿਆਰ ਮਨੁੱਖ ਹੋ ਸਕਦਾ ਹੈ, ਸੱਚ ਨਹੀਂ ਹੋ ਸਕਦਾ। ਸਚਿਆਰ ਹੋ ਸਕਦਾ ਹੈ, ਸੱਚ ਨੂੰ ਮੰਨਣ ਵਾਲਾ। ਹਾਂਜੀ। ਆਪਣਾ ਘਰ ਤੂੰ ਸੁਖ ਵਸੈ, ਪੋਹੇ ਨ ਸਕੈ ਜਮ ਕਾਲ ਜੀਓ। ਆਪਣੇ ਘਰ, ਆਪਣੇ ਨਿੱਜ ਵਿੱਚ, ਆਪਣੀ ਅੰਤਰਾਤਮਾ ਵਿੱਚ ਤੂੰ ਉਦਣ ਹੀ ਸੁਖੀ ਹੋ ਜਾਏਗਾ ਜਿੱਦਣ ਆਪਾਂ ਸੱਚ ਨੂੰ ਸੰਭਾਲਾਂਗੇ। ਹੁਣ ਤੁਹਾਨੂੰ, ਮੈਨੂੰ, ਆਪਾਂ ਨੂੰ ਇੱਕ ਪਤਾ ਲੱਗ ਜਾਏ ਵੀ ਜਿਹੜਾ ਦੇਸ਼ ਦਾ ਮਾਲਕ ਹੈ, ਮੇਰੀ ਤੇ ਸਿੱਧੀ ਗੱਲਬਾਤ ਹੈ, ਦੁਨੀਆ ਦਾ ਮਾਲਕ ਕੌਣ ਹੈ? ਰੱਬ। ਤੇ ਜਦੋਂ ਰੱਬ ਨਾਲ ਤੁਹਾਡੀਆਂ ਗੱਲਾਂ, ਜਿੰਨੇ ਅੱਖਾਂ ਦਿੱਤੀਆਂ, ਕੰਨ ਦਿੱਤੇ, ਸਰੀਰ ਦਿੱਤਾ, ਜ਼ੁਬਾਨ ਦਿੱਤੀ, ਜਨਮ ਦਿੱਤਾ, ਉਦਨ ਸਭ ਤੋਂ ਪਹਿਲਾਂ ਤੁਹਾਨੂੰ ਆਤਮਿਕ ਸੁੱਖ ਮਿਲੇਗਾ। ਕੋਈ ਸੰਸਾ ਨਹੀਂ, ਕੋਈ ਸਹਿਸਾ ਨਹੀਂ, ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਕੋਈ ਫਿਕਰ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਆਪਣੇ ਘਰ ਵਿੱਚ ਸੁਖੀ ਹੋਏਗਾ, ਉਹ ਨਾ ਸਕੈ ਜਮ ਕਾਲ। ਜਿਹੜਾ ਮੌਤ ਦਾ ਫਰਿਸ਼ਤਾ ਹੈ, ਤੇਰੇ ਵੱਲ ਵੇਖ ਵੀ ਨਹੀਂ ਸਕੇਗਾ। ਪਕੜਨਾ ਤਾਂ ਦੂਰ ਦੀ ਗੱਲ, ਧੌਣ ਮਰੋੜਨੀ ਤਾਂ ਦੂਰ ਦੀ ਗੱਲ, ਸਿਰ ਵਿੱਚ ਡੰਡਾ ਮਾਰਨਾ ਤਾਂ ਦੂਰ ਦੀ ਗੱਲ। ਇਹ ਸਾਰੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਨੇ। ਜਮ ਕਾ ਡੰਡ ਮੂੰਡ ਮੈਂ ਲਾਗੈ, ਨਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਡੰਡਾ ਕਿੱਥੋਂ ਮਾਰੇਗਾ? ਉਹਦੀ ਤੇ ਹਿੰਮਤ ਨਹੀਂ ਪੈਣੀ ਤੁਹਾਡੇ ਵੱਲ ਵੇਖ ਵੀ ਸਕੇ। ਜਦੋਂ ਤੁਸੀਂ ਸੱਚ ਦੀ ਸੰਭਾਲ ਕਰੋਗੇ, ਜਮਦੂਤ ਤੁਹਾਡੇ ਵੱਲ ਅੱਖਾਂ ਪੁੱਟ ਕੇ ਵੇਖ ਨਹੀਂ ਸਕੇਗਾ। ਡੰਡਾ ਮਾਰਨਾ ਸਿਰ ਵਿੱਚ, ਪਕੜ ਕੇ ਲੈ ਜਾਣਾ, ਇਹ ਗੱਲਾਂ ਬੇਮਾਇਨਾ ਹੋ ਜਾਣਗੀਆਂ। ਹਾਂਜੀ। ਕਾਲ ਜਾਲ ਜਮ ਜੋਹੇ ਨਾ ਸਕੈ, ਸਾਚੈ ਸ਼ਬਦ ਲਿਵ ਲਾਈ। ਇਹ ਕਾਲ ਜਾਲ, ਇਹ ਜਮ ਪਕੜ ਨਹੀਂ ਸਕਣਗੇ ਜਦੋਂ ਤੁਸੀਂ ਸੁਰਤ ਸ਼ਬਦ ਨਾਲ ਜੋੜੋਗੇ। ਸੱਚ ਦੇ ਪ੍ਰਥਾਏ ਗੁਰੂ ਜੀ ਨੇ ਕਿਹਾ ਨਾ ਕਿ ਸੱਚ ਕੀ ਬਾਣੀ ਨਾਨਕ ਆਖੈ। ਉਸ ਸੱਚ ਦੀ ਬਾਣੀ ਨੂੰ ਅਸੀਂ ਇਹਦੇ ਅਰਥ ਇਦਾਂ ਕਰ ਲਏ ਵੀ ਗੁਰੂ ਨਾਨਕ ਸਾਹਿਬ ਸੱਚ ਬੋਲਦੇ ਨੇ, ਨਹੀਂ। ਸੱਚ ਕੀ ਬਾਣੀ, ਕਿਉਂਕਿ ਇਹ ਬਾਣੀ ਵਾਹ ਬਾਣੀ ਨਿਰੰਕਾਰ ਹੈ। ਬਾਣੀ ਤੇ ਆਪ ਪਰਮੇਸ਼ਰ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਜਿੱਦਨ ਬਾਣੀ ਦੀ ਸੰਭਾਲ ਕਰੋਗੇ, ਇਹ ਕਾਲ ਜਾਲ ਜਮ ਇਹ ਤੁਹਾਨੂੰ ਪਕੜ ਨਹੀਂ ਸਕਣਗੇ। ਹਾਂਜੀ। ਸਦਾ ਸਚ ਰਤਾ ਮਨ ਨਿਰਮਲ, ਆਵਨ ਜਾਨ ਰਹਾਈ। ਸਦਾ ਸੱਚੇ ਦੇ ਵਿੱਚ ਜਦੋਂ ਤੁਸੀਂ ਰੰਗੇ ਰਹੋਗੇ, ਇੱਥੇ ਰੰਗ ਦਾ ਅਰਥ ਪਿਆਰ ਹੈ। ਨੀਲਾ, ਕਾਲਾ, ਚਿੱਟਾ, ਪੀਲਾ ਇਹ ਨਹੀਂ ਹੈ। ਫਿਰ ਕੀ ਹੋਏਗਾ? ਮਨ ਨਿਰਮਲ ਹੋ ਜਾਏਗਾ। ਜਦੋਂ ਮਨ ਪਵਿੱਤਰ ਹੋ ਗਿਆ, ਆਵਣ ਜਾਣ ਰਹਾਏ, ਫਿਰ ਕਿਹੜਾ ਜੰਮਣਾ ਤੇ ਕਿਹੜਾ ਮਰਨਾ। ਫਿਰ ਤਾਂ ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੈ ਪਛਾਨੀ। ਦੂਜਾ ਭਾਈ ਭਰਮ ਵਿਗੁੱਤੀ, ਮਨ ਮੁਖ ਮੋਹੀ ਜਮ ਕਾਲ। ਦੂਜੇ ਭਾਏ ਵਿੱਚ, ਦੂਜੇ ਪਿਆਰ ਵਿੱਚ ਜਿਹੜੀ ਜੀਵ ਆਤਮਾ ਭੁੱਲ ਗਈ, ਭਰਮ ਗਈ, ਉਹੀ ਵਿਗੁੱਤੀ ਹੈ। ਉਸੇ ਮਨਮੁਖ ਨੇ ਜਮਾਂ ਦੇ ਜਾਲ ਵਿੱਚ
ਫਸਣਾ ਕੀਤਾ ਹੈ। ਉਹਨਾਂ ਨੂੰ ਹੀ ਆ ਕੇ ਜੰਮ ਜਿਹੜੇ ਨੇ ਉਹ ਬੰਦੀ ਬਣਾਉਂਦੇ ਨੇ, ਪਕੜਦੇ ਨੇ। ਹਾਂਜੀ। ਕਹਾ ਨਾਨਕ ਸੁਨ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਗੁਰੂ ਅਮਰਦਾਸ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਐ ਮੇਰੇ ਮਨਾ, ਤਾਂ ਮੈਂ ਤੈਨੂੰ ਆਖਿਆ ਤੂੰ ਸੱਚ ਦੀ ਸੰਭਾਲ ਕਰ, ਛੱਡ ਦੇ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨੀ, ਸੋਨੇ ਦੀ, ਚਾਂਦੀ ਦੀ, ਰਿਸ਼ਤੇਦਾਰਾਂ ਦੀ, ਘਰ ਦੀ ਬੜੀ ਸੰਭਾਲ ਹੈ। ਬੜੇ ਸੀਸੀ ਕੈਮਰੇ ਲਾਉਨੇ ਆ, ਲੋਕਰ ਲੈਨੇ ਆ, ਬੜੇ ਉਹਨਾਂ ਦੇ ਪਾਸਵਰਡ ਬਣਾਉਨੇ ਆ। ਇਹਨਾਂ ਨੂੰ ਛੱਡ, ਜੇ ਸੰਭਾਲਣਾ ਹੀ ਹੈ ਤਾਂ ਤੂੰ ਸਿਰਫ ਰੱਬ ਨੂੰ ਸੰਭਾਲ। ਇਹ ਪਤਾ ਕਰ ਵੀ ਵਾਹਿਗੁਰੂ ਨਾ ਤੈਨੂੰ ਭੁੱਲ ਜਾਏ, ਉਹ ਨਾ ਗਵਾਚ ਜਾਏ, ਉਹ ਨਾ ਵਿਸਰ ਜਾਏ। ਹਾਂਜੀ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਗੁਰੂ ਅਮਰਦਾਸ ਮਹਾਰਾਜ ਦੂਸਰੇ ਬੰਦ ਵਿੱਚ ਕਹਿੰਦੇ ਨੇ, ਮੇਰੇ ਮਨ, ਤੇਰੇ ਅੰਦਰ ਸਾਰੇ ਹੀ ਖਜ਼ਾਨੇ ਨੇ, ਤੈਨੂੰ ਜੰਗਲਾਂ ਬੇਲਿਆਂ ਵਿੱਚ ਜਾਣ ਦੀ ਲੋੜ ਨਹੀਂ। ਆਪਾਂ ਬਾਹਰ ਭੱਜੇ ਫਿਰਦੇ ਆ, ਉੱਥੋਂ ਲੈ ਲਓ ਜੀ, ਉਧਰ ਲੈ ਲਓ ਜੀ। ਅੱਗੋਂ ਲੋਕ ਸਾਨੂੰ ਭਜਾਈ ਫਿਰਦੇ ਨੇ, ਵਰਗਲਾਈ ਫਿਰਦੇ ਨੇ, ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਪਾਈ ਫਿਰਦੇ ਨੇ। ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਰੱਬ ਤੁਹਾਡੇ ਅੰਦਰ ਹੈ, ਸਾਰੇ ਖਜ਼ਾਨੇ ਤੁਹਾਡੇ ਅੰਦਰ ਨੇ। ਜੋ ਭਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜੋ ਭਾਵੈ, ਸੰਭਾਲਣਾ ਕੀ ਹੈ? ਜੋ ਉਹਨੂੰ ਪਾਉਂਦਾ। ਹੁਣ ਕਿੰਨੇ ਪਾਠ ਜਪਜੀ ਸਾਹਿਬ ਦੇ ਤੁਸੀਂ ਰੋਜ਼ ਕਰਦੇ ਹੋ? ਇੱਕ ਗੱਲ ਚੇਤਾ ਰੱਖਣਾ, ਇੱਕ ਪਾਠ ਵਿੱਚ ਤੁਸੀਂ 4 ਵਾਰੀ ਕਹਿੰਦੇ ਹੋ, ਜੋ ਤੁਧ ਭਾਵੈ ਸਾਈ ਭਲੀ ਕਰ, ਜੋ ਤੁਧ ਭਾਵੈ ਸਾਈ ਭਲੀ ਕਰ, ਜੋ ਤੁਧ ਭਾਵੈ ਸਾਈ ਭਲੀ ਕਰ, ਜੋ ਤੁਧ ਭਾਵੈ ਸਾਈ ਭਲੀ ਕਰ। ਨਾ, ਗੁਰਮੁਖ ਨਦਰ ਨਿਹਾਲ। ਪਾਠ ਜਪਜੀ ਸਾਹਿਬ ਦਾ ਕਰਦੇ ਆ, ਪਰ ਇਹ ਪੜ੍ਹਦੇ 4 ਵਾਰੀ ਆ, ਮੰਨਦੇ 1 ਵਾਰੀ ਵੀ ਨਹੀਂ। ਸਾਰਾ ਪਾਠ ਅੱਜ ਇਸ ਗੱਲ ਤੇ ਹੋ ਰਿਹਾ ਹੈ ਕਿ ਅਸੀਂ ਚੇਂਜ ਕਿਵੇਂ ਕਰਨਾ ਹੈ, ਬਦਲ ਕਿਵੇਂ ਲੈ ਕੇ ਆਉਣਾ ਹੈ। ਅਸੀਂ ਤਾਂ ਕੋਈ ਗੱਲ ਵੀ ਰੱਬ ਦੀ ਨਹੀਂ ਜਿਹਦੇ ਵਿੱਚ ਅਸੀਂ ਰਾਜੀ ਹਾਂ। ਹਰ ਗੱਲ ਨੂੰ ਅਸੀਂ ਘਰਾਂ ਦੇ ਘਰ ਤੋੜੀ ਜਾਂਦੇ ਆ। ਵਸਤੂ ਸ਼ਾਸਤਰ ਵਾਲੇ ਸਾਨੂੰ ਭਜਾਈ ਫਿਰਦੇ ਨੇ, ਰਸੋਈ ਦਾ ਮੂੰਹ ਐ ਕਰ ਦਿਓ ਜੀ, ਬੂਹੇ ਦਾ ਮੂੰਹ ਐ ਨੂੰ ਕਰ ਦਿਓ ਜੀ। ਅਸੀਂ ਆਪ ਭੱਜੇ ਫਿਰਦੇ ਆ। ਨਹੀਂ, ਜੋ ਰੱਬ ਨੂੰ ਪਾਉਂਦਾ ਹੈ, ਇਹ ਗੱਲ ਚੇਤਾ ਰੱਖਣਾ, ਹੋਣਾ ਵੀ ਉਹੀ ਹੈ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਹਾਂਜੀ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਖਾਈ। ਜੋ ਵਾਹਿਗੁਰੂ ਨੂੰ ਪਾਉਂਦਾ ਹੈ, ਇਹਨੂੰ ਆਪਣਾ ਭੋਜਨ ਬਣਾ ਲੈ। ਗੁਰੂ ਵਾਲੇ ਪਾਸੇ ਆਪਣਾ ਮੁਖ ਕਰ। ਗੁਰੂ ਦੀ ਨਦਰ ਵੇਖ ਕਿ ਕਦੇ ਗੁਰੂ ਵੀ ਤੇਰੇ ਵੱਲ ਵੇਖਦਾ ਹੈ, ਗੁਰੂ ਨੇ ਵੀ ਕਦੇ ਤੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਜਦੋਂ ਗੁਰਮੁਖ ਹੋਏਗਾ, ਉਹਦੀ ਬਖਸ਼ਿਸ਼ ਨਾਲ ਨਿਹਾਲ ਹੋਏਗਾ, ਮਨ ਮੇਰੇ ਅੰਤਰ ਹਰ ਨਾਮ, ਉਹ ਜਿਹੜਾ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਹੈ, ਉਹ ਤੈਨੂੰ ਸੁਖ ਦੇਵੇਗਾ। ਹਾਂਜੀ। ਮਨਮੁਖ ਅੰਦੁਲੇ ਗਿਆਨ ਵਿਹੂਣੇ, ਦੂਜਾ ਭਾਏ ਖੁਆਈ। ਗੁਰਮੁਖਾਂ ਵਿੱਚ ਇਹੀ ਤੇ ਮਨਮੁਖਾਂ ਵਿੱਚ ਇਹੀ ਫਰਕ ਹੈ। ਮਨਮੁਖ ਅੰਧਲੇ ਨੇ, ਗਿਆਨ ਵਿਹੂਣੇ ਨੇ, ਇਹ ਦੂਜੇ ਪਿਆਰ ਦੇ ਵਿੱਚ ਹਮੇਸ਼ਾ ਖੁਆਰ ਹੁੰਦੇ ਨੇ। ਹਾਂਜੀ। ਬਿਨ ਨਾਵੈ ਕੋ ਛੂਟੈ ਨਾਹੀ, ਸਭ ਬਾਦੀ ਜਮਕਾਲ। ਬਿਨਾ ਨਾਮ ਤੋਂ ਛੁਟਕਾਰਾ ਨਹੀਂ, ਬਾਕੀ ਤਾਂ ਬੰਧਨ ਨੇ। ਜਿੰਨੇ ਮਰਜੀ ਜੰਜਾਲ ਨੇ ਪਾਲੋ ਆਪਣੇ ਗਲ ਵਿੱਚ ਭਾਈ। ਹਾਂਜੀ। ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਫਿਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਪ੍ਰਾਣੀ ਤੇਰੇ ਅੰਦਰ ਹੀ ਸਭ ਖਜ਼ਾਨੇ ਨੇ, ਨਾ ਜੰਗਲਾਂ ਬੇਲਿਆਂ ਦੇ ਵਿੱਚ ਭਟਕ। ਹਾਂਜੀ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਇਕ ਸੱਚ ਲਗੇ ਵਾਪਾਰਾ। ਮੇਰੇ ਮਨ ਇੱਕ ਉਹ ਵੀ ਜੀਵ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਪਦਾਰਥ ਨੂੰ ਪਾਇਆ, ਫਿਰ ਇਹਦਾ ਵਣਜ ਕੀਤਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ। ਹਾਂਜੀ, ਸਤਿਗੁਰ ਸੇਵਨ ਆਪਣਾ, ਅੰਤਰ ਸ਼ਬਦ ਅਪਾਰਾ। ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਉਣਾ ਕੀਤਾ ਹੈ। ਹਾਂਜੀ, ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨਉ ਨਿਧ ਪਾਈ। ਉਹਨਾਂ ਨੇ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਸਾਰੇ ਦੁਨੀਆ ਦੇ ਖਜ਼ਾਨੇ ਪ੍ਰਾਪਤ ਕਰ ਲਏ। ਹਾਂਜੀ, ਮਨ ਮੁਖ ਮਾਇਆ ਮੋਹਿ ਵਿਆਪੇ, ਦੁਖ ਸੰਤਾਪੇ, ਦੂਜਾ ਪਤ ਗਵਾਈ। ਮਨਮੁਖ ਉਹ ਨੇ ਜਿਨ੍ਹਾਂ ਨੇ ਆਪਣੀ ਇੱਜ਼ਤ ਵੀ ਗਵਾਈ ਹੈ, ਮਾਇਆ ਦੇ ਮੋਹ ਦੇ ਵਿੱਚ ਦੁੱਖ ਤੇ ਸੰਤਾਪ ਵੀ ਹੰਢਾਏ ਨੇ। ਹਾਂਜੀ, ਹਉ ਮੈਂ ਮਾਰ ਸਚ ਸ਼ਬਦ ਸਮਾਣੇ, ਸਚ ਰਤੇ ਅਧਿਕਾਈ। ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਹਉਮੈ ਨੂੰ ਮਾਰ ਕੇ ਸੱਚ ਸ਼ਬਦ ਵਿੱਚ ਸਮਾਉਣਾ, ਇਹੀ ਮਨੁੱਖ ਤੇਰਾ ਧਰਮ ਵੀ ਇਹੋ ਹੀ ਹੈ, ਕਰਮ ਵੀ ਇਹੋ ਹੀ ਹੈ ਕਿ ਹਉਮੈ ਮਾਰ ਸੱਚ ਸ਼ਬਦ ਸਮਾਣੈ, ਸੱਚ ਰਤੇ ਅਧਿਕਾਈ। ਉਹੀ ਵੱਡੇ ਨੇ ਜਿਹੜੇ ਸੱਚ ਦੇ ਵਿੱਚ ਰੰਗੇ ਗਏ ਨੇ। ਹਾਂਜੀ, ਨਾਨਕ ਮਾਨਸ ਜਨਮ ਦੁਲੰਭ ਹੈ, ਸਤਿਗੁਰ ਬੂਝ 부ਝਾਈ। ਗੁਰੂ ਅਮਰਦਾਸ ਮਹਾਰਾਜ ਫਿਰ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਮਾਨਸ ਜਨਮ ਦੁਰਲੱਭ ਹੈ। ਭਾਈ, ਇਹ ਮਨੁੱਖਾ ਜੀਵਨ ਅਮੋਲਕ ਹੈ। ਘਰ ਦੀਆਂ ਚੀਜ਼ਾਂ ਨੇ, ਅਸੀਂ ਪਲਾਟ ਦੀ ਕੀਮਤ ਜਾਣਦੇ ਆ, ਬਿਲਡਿੰਗ ਦੀ ਕੀਮਤ ਜਾਣਦੇ ਆ, ਗੱਡੀ ਬੜੀ ਮਹਿੰਗੀ ਹੈ, ਤੇ ਜਿਹੜੀ ਗੱਡੀ ਰੱਬ ਨੇ ਤੈਨੂੰ ਦਿੱਤੀ ਸੀ, ਇਹ ਪਾ ਕੇ ਸ਼ਰਾਬ, ਪਾ ਕੇ ਸਮੈਕ, ਪਾ ਕੇ ਨਸ਼ੇ, ਪਾ ਕੇ ਇਹਦੇ ਵਿੱਚ ਕਾਮ ਕ੍ਰੋਧ, ਤੂੰ ਤੇ ਇਹਦਾ ਇੰਜਣ ਹੀ ਬਿਠਾ ਦਿੱਤਾ ਹੈ ਭਾਈ, ਇੰਜਣ ਸੀਜ਼ ਕਰ ਦਿੱਤਾ ਇਹਦਾ। ਬਾਹਰ ਦੀ ਗੱਡੀ ਦਾ ਬੜਾ ਫਿਕਰ ਹੈ, ਕਹਿੰਦੇ ਨਹੀਂ ਸਰਵਿਸ ਬਾਹਰੋਂ ਨਹੀਂ ਕਰਾਉਣੀ, ਤੇ ਤੂੰ ਆਪਣੀ ਸਰਵਿਸ ਬਾਹਰੋਂ ਕਿਉਂ ਕਰਾਉਣਾ? ਐਵੇਂ ਹਾਰੀ ਸ਼ਾਰੀ ਦੇ ਅੱਗੇ ਜਾ ਕੇ ਲੰਮਾ ਪੈ ਜਾਂਦਾ ਹੈ। ਤੂੰ ਵੀ ਤੇ ਕੰਪਨੀ ਦੀ ਵਰਕਸ਼ਾਪ ਚ ਆ ਨਾ, ਤੈਨੂੰ ਰੱਬ ਨੇ ਭੇਜਿਆ ਸੀ ਤੇ ਰੱਬ ਨੇ ਗੁਰੂ ਨੂੰ ਵੀ ਭੇਜਿਆ। ਤੈਨੂੰ ਗੁਰੂ ਕੋਲ ਆਉਣਾ ਚਾਹੀਦਾ। ਕੋਈ ਦੁੱਖ ਤਕਲੀਫ ਹੈ ਤਾਂ ਆਪਣਾ ਇੰਜਣ ਇੱਥੇ ਖੁਲਾ, ਆਪਣੀ ਵੀਲ ਬੈਲਸਿੰਗ ਇੱਥੇ ਕਰਾ, ਆਪਣੀ ਅਲਾਈਨਮੈਂਟ ਇੱਥੋਂ ਠੀਕ ਕਰਾ। ਹੋ ਸਕਦਾ ਗੱਡੀ ਠੀਕ ਚੱਲ ਪਏ ਤੇਰੀ, ਹੋ ਕੀ ਸਕਦਾ ਚੱਲੇਗੀ, ਪਰ ਜੇ ਇੱਥੇ ਆਏਗਾ ਤੇ ਜੇ ਹਾਰੀ ਸਾਰੀ ਮਿਸਤਰੀ ਤੋਂ ਖਿਲਾਉਂਦਾ ਰਹੇ ਹੋ ਤਾਂ ਫਿਰ ਤਾਂ ਕੰਪਨੀ ਵਾਲੇ ਵੀ ਹੱਥ ਚੁੱਕ ਜਾਣਗੇ। ਉਹ ਕਹਿਣਗੇ ਭਾਈ ਮੈਂ ਤੇ ਤੇਰਾ ਕੁਝ ਨਹੀਂ ਕਰ ਸਕਦਾ। ਹੁਣ ਤੇ ਫਿਰ ਸੌਵੇ ਜੀਆ ਆਪਣਾ ਕੀਆ, ਆਲਮ ਲਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਬਿਨ ਨਾਮੈ ਕਿਛ ਥਾਏ ਨਾ ਪਾਈ। ਫਿਰ ਤੇ ਇਹੀ ਕੁਝ ਵਾਪਰੇਗਾ। ਹਾਂਜੀ, ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ RAM। ਫਿਰ ਗੁਰੂ ਪਾਤਸ਼ਾਹ ਚੌਥੇ ਬੰਦ ਵਿੱਚ ਸਮਝਾਉਂਦੇ ਨੇ, ਮੇਰੇ ਮਨਾ ਵੱਡ ਭਾਗੇ ਉਹ ਨੇ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੇਵਾ ਕੀਤੀ ਹੈ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹ ਵੱਡ ਭਾਗੀ ਨੇ, ਖੁਸ਼ਕਿਸਮਤ ਨੇ, ਉਹੀ ਲੱਕੀ ਨੇ। ਹਾਂਜੀ, ਜੋ ਮਨ ਮਾਰਹਿ ਆਪਣਾ, ਸੇ ਪੁਰਖ ਬੈਰਾਗੀ RAM। ਜਿਨ੍ਹਾਂ ਨੇ ਆਪਣਾ ਮਨ ਮਾਰ ਲਿਆ ਵਾਸ਼ਨਾਵਾਂ ਵੱਲੋਂ, ਤ੍ਰਿਸ਼ਨਾਵਾਂ ਵੱਲੋਂ, ਕਾਮ ਕ੍ਰੋਧ ਨਿੰਦਿਆ ਚੁਗਲੀ ਵੱਲੋਂ, ਉਹ ਬੈਰਾਗੀ ਨੇ, ਉਹ ਪੁਰਖ ਨੇ, ਉਹ ਪ੍ਰਧਾਨ ਨੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਭਾਵੇਂ ਦਰਗਾਹ ਮਾਨ। ਹਾਂਜੀ, ਸੇ ਜਨ ਬੈਰਾਗੀ, ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ। ਵੈਰਾਗੀ ਹੋਣ ਵਾਸਤੇ ਤਿਆਗੀ ਹੋਣ ਦੀ ਲੋੜ ਨਹੀਂ ਹੈ। ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ, ਆਪਣੀ ਤ੍ਰਿਸ਼ਨਾ ਨੂੰ ਖਤਮ ਕਰਨ ਦੀ ਲੋੜ ਹੈ।
ਜਿਹੜੇ ਵੈਰਾਗੀ ਨੇ ਉਹਨਾਂ ਦੀ ਲਿਵ ਲੱਗੀ ਹੈ। ਇਹ ਕੌਣ ਨੇ? ਜਿਨ੍ਹਾਂ ਨੇ ਦੁਨੀਆ ਨੂੰ ਨਹੀਂ, ਆਪਣੇ ਆਪ ਨੂੰ ਪਛਾਣਿਆ। ਹਰ ਬੰਦੇ ਕੋਲ ਦੁਨੀਆ ਦਾ ਬੜਾ ਡਾਟਾ ਹੈ, ਬੜੀ ਨੌਲੇਜ ਹੈ, ਬੜੀ ਇਨਫੋਰਮੇਸ਼ਨ ਇਕੱਠੀ ਕੀਤੀ ਹੋਈ ਹੈ। ਪੁੱਛੋ ਤੈਨੂੰ ਆਪਣੇ ਬਾਰੇ ਕੁਝ ਪਤਾ ਹੈ? ਨਹੀਂ, ਆਪਣੇ ਬਾਰੇ ਕੁਝ ਨਹੀਂ ਪਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੀ ਪੜਤਾਲ ਕਰ। ਅਸੀਂ ਕਾਲੇ ਲੇਖ ਦੂਜਿਆਂ ਲਈ ਲਿਖੀ ਜਾਂਦੇ ਆ। ਸਤਿਗੁਰੂ ਕਹਿੰਦੇ ਨਹੀਂ, ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਫਰੀਦਾ ਬੁਰੇ ਦਾ ਭਲਾ ਕਰ। ਹਾਂਜੀ। ਮਤ ਨਿਹਚਲ ਅਤ ਗੂੜੀ ਗੁਰਮੁਖ, ਸਹਜੇ ਨਾਮ ਵਖਾਣਿਆ। ਜਿਨ੍ਹਾਂ ਦੀ ਮਤ ਨੇਚਲ ਹੋ ਗਈ, ਜਿਨ੍ਹਾਂ ਦੀ ਮਤ ਗੂੜੀ ਹੋ ਗਈ, ਜਿਹੜੇ ਗੁਰਮੁਖ ਹੋ ਗਏ, ਉਹ ਸਹਿਜ ਵਿੱਚ ਸਮਾ ਗਏ। ਪਤਾ ਤੁਹਾਨੂੰ ਧਰਮ ਸਹਿਜ ਦਾ ਵਿਸ਼ਾ ਹੈ। ਅੱਜ ਤੁਸੀਂ ਦੱਸਦੇ ਹੋ ਸਹਿਜ ਨਾ ਕਥਾ ਵਿੱਚ ਹੈ, ਨਾ ਪਾਠ ਵਿੱਚ ਹੈ, ਨਾ ਕੀਰਤਨ ਵਿੱਚ ਹੈ। ਮੱਥਾ ਟੇਕਣ 'ਚ ਵੀ ਕੋਈ ਨਹੀਂ, ਭੱਜੇ ਜਾਂਦੇ ਨੇ। ਪੁੱਛੋ ਜਾਣਾ ਕਿੱਧਰ ਨੂੰ ਹੈ? ਭਾਵੇਂ 7 ਬੰਦਿਆਂ ਨੂੰ ਧੱਕਾ ਮਾਰ ਕੇ ਮੱਥਾ ਟੇਕਣਾ ਪਏ, ਨਹੀਂ। ਧਰਮ ਵਿਸ਼ਾ ਹੀ ਸਹਿਜ ਦਾ ਹੈ। ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਧਰਮ ਦਾ ਪਹਿਲਾ ਪਾਠ ਹੈ ਸਹਿਜ, ਟਿਕਾਓ, ਸਮਾਧੀ, ਚੌਕੜੀ, ਅਡੋਲਤਾ। ਦੱਸੋ ਕਿਹਦੇ ਕੋਲ ਹੈਗੀ ਹੈ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਦੀ ਇਹ ਪਹਿਚਾਣ ਨੇ ਤੁਹਾਡੀ। ਜਿਨ੍ਹਾਂ ਨੂੰ ਦਾਤੇ ਨੇ ਇਹ ਦਾਤ ਦਿੱਤੀ ਹੈ, ਉਹ ਸਹਿਜ ਵਿੱਚ ਆ ਗਏ। ਉਹਨਾਂ ਨੇ ਬੜੇ ਅਡੋਲਤਾ ਵਿੱਚ ਬਹਿ ਕੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਆਰਾਧਨਾ ਕੀਤੀ ਹੈ। ਹਾਂਜੀ। ਇਕ ਕਾਮ ਨਿਹਿਤਕਾਰੀ, ਮਾਇਆ ਮੋਹਿ ਪਿਆਰੀ, ਮਨਮੁਖ ਸੋਏ ਰਹੇ ਅਭਾਗੇ। ਇੱਕ ਜੀਵ ਰੂਪੀ ਇਸਤਰੀ ਜਿਹਨੂੰ ਆਪਣੇ ਹਿੱਤ ਪਿਆਰੇ ਨੇ, ਜਿਹਨੂੰ ਮਾਇਆ ਦੇ ਨਾਲ ਮੋਹ ਹੈ, ਉਹ ਮਨਮੁਖ ਹੈ, ਉਹ ਸੁੱਤੀ ਪਈ ਹੈ, ਉਹ ਅਭਾਗੀ ਹੈ, ਬਦਕਿਸਮਤ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਇੱਕੋ ਹੀ ਬਿਸਤਰਾ ਹੈ। ਆਤਮਾ ਵੀ ਹੈ ਤੇ ਪਰਮਾਤਮਾ ਵੀ ਹੈ। ਪਰ ਹੋਇਆ ਕੀ ਹੈ? ਪੀਓ ਮਧਰੋ ਧਨ ਮਤਵੰਤਾ, ਨਸ਼ੇ 'ਚ ਸੁੱਤੀ ਪਈ ਹੈ, ਬੇਹੋਸ਼ ਹੋਈ ਪਈ ਹੈ। ਹੁਣ ਧਨ ਜਾਗੇ ਜੇ ਫਿਰ ਬੋਲੰਤਾ। ਹੁਣ ਤੇ ਕਿਤੇ ਰੱਬ ਹੀ ਉਠਾਵੇ ਤੇ ਇਹਨੂੰ ਨਸ਼ੇ ਵਿੱਚ ਸੁੱਤੀ ਆਤਮਾ ਨੂੰ ਕੋਈ ਜੀਵ ਰੂਪੀ ਇਸਤਰੀ ਨੂੰ ਜਗਾ ਸਕਦਾ ਹੈ ਭਾਈ। ਹਾਂਜੀ। ਨਾਨਕ ਸਹਜੇ ਸੇਵਹਿ ਗੁਰ ਆਪਣਾ, ਸੇ ਪੂਰੇ ਵਡ ਭਾਗੇ। ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਕਰਦੇ ਨੇ, ਵੱਡੇ ਸਤਿਗੁਰਾਂ ਦਾ ਫਿਰ ਨਾਮ ਦਰਜ ਕੀਤਾ ਹੈ। ਸਹਿਜ ਦੇ ਵਿੱਚ ਜਿਹੜੇ ਸੇਵਦੇ ਨੇ ਆਪਣੇ ਗੁਰੂ ਨੂੰ, ਉਹ ਭਾਗਾਂ ਵਾਲੇ ਨੇ। ਸੋ ਮੈਂ ਸਭ ਨੂੰ ਬੇਨਤੀ ਕਰਾਂਗਾ, ਭਾਵੇਂ ਕੀਰਤਨ ਹੋਵੇ, ਭਾਵੇਂ ਪਾਠ ਹੋਵੇ, ਭਾਵੇਂ ਕਥਾ ਹੋਵੇ, ਆਪਣੇ ਜੀਵਨ ਦੇ ਵਿੱਚ ਸਾਨੂੰ ਸਹਿਜ ਲੈ ਕੇ ਆਉਣ ਦੀ ਲੋੜ ਹੈ, ਅਡੋਲਤਾ ਲੈ ਕੇ ਆਉਣ ਦੀ ਲੋੜ ਹੈ, ਤਾਂ ਕਿ ਆਪਾਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਮੈਂ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ 2 ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ, ਆਪਣੀ ਸੇਵਾ ਆਪ ਕਰਵਾਈ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤਯਾਬੀ ਦੇਣ, ਆਪਣੀ ਸੇਵਾ ਆਪਣੇ ਸੇਵਕ ਤੋਂ ਆਪ ਲੈਣ। ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ, ਉਹਨਾਂ ਦਾ ਪਾਠ ਸਰਵਣ kariye। ਹਾਂਜੀ। ਇਕ ਕਾਮ ਨਿਹਿਤਕਾਰੀ, ਮਾਇਆ ਮੋਹਿ ਪਿਆਰੀ, ਮਨਮੁਖ ਸੋਏ ਰਹੇ ਅਭਾਗੇ। ਨਾਨਕ ਸਹਜੇ ਸੇਵਹਿ ਗੁਰ ਆਪਣਾ, ਸੇ ਪੂਰੇ ਵਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।